ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨ ਨਿਕਸੈ, ਤਿਉ ਢੁਰ ਮਿਲਿਓ ਜੁਲਾਹੂ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨ ਨਿਕਸੈ, ਤਿਉ ਢੁਰ ਮਿਲਿਓ ਜੁਲਾਹੂ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ। ਜੋ ਤਨ ਕਾਸ਼ੀ ਤਜਹਿ ਕਬੀਰਾ, ਰਮਈਐ ਕਹਾ ਨਿਹੋਰਾ। ਰਹਾਉ ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬੜਭਾਗੇ ਹੋ ਜੋ ਤਖਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਸਤਿਗੁਰੂ ਜਾਹਰ ਅਜਹੂਰ ਸਰਬ ਕਲਾ ਭਰਪੂਰ ਗਰੀਬ ਨਿਵਾਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਸੱਚਖੰਡ ਤੋਂ ਜੋ ਸਮੁੱਚੀ ਕਾਇਨਾਤ ਦੇ ਲਈ ਤਪਦੇ ਹਿਰਦਿਆਂ ਨੂੰ ਠਾਰਨ ਵਾਲਾ ਸਰਬ ਸਾਂਝਾ ਉਪਦੇਸ਼ ਮੁੱਖ ਵਾਕ ਰੂਪ 'ਚ ਸਤਿਗੁਰਾਂ ਬਖਸ਼ਿਸ਼ ਕੀਤਾ, ਤਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਇੱਥੇ ਹਾਜ਼ਰ ਹੋਏ ਹੋ, ਉੱਥੇ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਵੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਤਰੁੱਠ ਕਰਕੇ ਅੱਜ ਆਪਣੇ ਪਾਵਨ ਅੰਗ 692 ਉੱਪਰੋਂ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਪਾਵਨ ਜੋ ਸ਼ਬਦ ਤੀਸਰਾ ਧਨਾਸਰੀ ਰਾਗ ਦੀ ਭਗਤ ਬਾਣੀ ਵਿੱਚ ਅੰਕਿਤ ਕੀਤਾ ਹੈ। ਕਿਉਂਕਿ ਭਗਤ ਬਾਣੀ ਦੇ ਜਿਹੜੇ ਪਾਵਨ ਸ਼ਬਦ ਨੇ, ਇਹਨਾਂ ਵਿੱਚੋਂ ਧਨਾਸਰੀ ਰਾਗ ਵਿੱਚ ਭਗਤ ਕਬੀਰ ਜੀ ਦੇ 5 ਸ਼ਬਦ ਅੰਕਿਤ ਹਨ। ਤੀਸਰਾ ਸ਼ਬਦ ਇਹ ਪਾਵਨ ਸ਼ਬਦ ਇੱਥੇ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ, ਅੱਜ ਮੁੱਖ ਵਾਕ ਦੇ ਰੂਪ ਵਿੱਚ ਧੰਨ ਸੋਢੀ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ,
ਸਿੱਖੀ ਅਤਾ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਦਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਹੈ। ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ, ਪੰਥ ਦੀ ਨੁਮਾਇੰਦਾ ਜਥੇਬੰਦੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਪ੍ਰਚਾਰ ਦੀ ਸਿਆਸੀ ਵਿੰਗ ਉਸ ਵੇਲੇ ਜਿਸ ਨੂੰ ਸਥਾਪਿਆ ਗਿਆ, ਜਿਸ ਨੇ ਮੋਢੀ ਰੂਪ ਵਿੱਚ ਹੋ ਕਰਕੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ, ਜੈਤੋ ਦੇ ਮੋਰਚੇ ਆਦਿਕ ਵਿੱਚ ਬੜੀਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਉੱਥੇ ਅੱਜ ਸਤਿਗੁਰੂ ਧੰਨ ਸੋਢੀ ਸੁਲਤਾਨ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਵੀ ਪਾਵਨ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਤਿੰਨਾਂ ਦੇ ਪਵਿੱਤਰ ਜਨਮ ਦਿਹਾੜੇ ਦੀ ਬੇਅੰਤ ਲੱਖ ਲੱਖ ਵਧਾਈ ਹੋਵੇ। ਗੁਰੂ ਖਾਲਸਾ ਜੀਓ, ਜਦੋਂ ਅਸੀਂ ਸਾਹਿਬਜ਼ਾਦਾ ਸ਼ਬਦ ਪੜ੍ਹਦੇ ਹਾਂ ਤਾਂ ਸਾਹਿਬਜ਼ਾਦਾ ਇੱਕ ਬਾਦਸ਼ਾਹ ਦੇ ਪੁੱਤਰ ਨੂੰ ਕਿਹਾ ਜਾਂਦਾ ਹੈ। ਦੁਨੀਆ ਦੇ ਵਿੱਚ ਬੜੇ ਬਾਦਸ਼ਾਹ ਆਏ ਅਤੇ ਬੜੇ ਬਾਦਸ਼ਾਹ ਇੱਥੇ ਰਾਜ ਕਰਕੇ ਗਏ ਅਤੇ ਚਲੇ ਗਏ। ਐਸੇ ਬਾਦਸ਼ਾਹ ਹੋਏ ਆ ਜਿਨ੍ਹਾਂ ਦੇ ਨਾ ਤਾਂ ਬਾਦਸ਼ਾਹਾਂ ਦੇ ਨਾਮਾਂ ਤੋਂ ਲੋਕ ਜਾਣੂ ਨੇ, ਨਾ ਉਹਨਾਂ ਦੇ ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਲੋਕ ਜਾਣਦੇ ਆ। ਪਰ ਦੁਨੀਆ 'ਤੇ ਦੋਵਾਂ ਲੋਕਾਂ ਦਾ ਮਾਲਕ, ਦੋਵਾਂ ਲੋਕਾਂ ਦਾ ਪਾਤਸ਼ਾਹ, ਦੋਵਾਂ ਲੋਕਾਂ ਦਾ ਬਾਦਸ਼ਾਹ ਇੱਕ ਕਲੰਗੀਆਂ ਵਾਲਾ ਪਿਤਾ ਸਤਿਗੁਰੂ ਹੈ, ਜਿਹਨੂੰ ਜਪਜੀ ਸਾਹਿਬ 'ਚ ਕਿਹਾ ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਜਿਹਨੂੰ ਬਾਣੀ 'ਚ ਕਿਹਾ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਐਸੇ ਸਤਿਗੁਰੂ ਧੰਨ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਅੰਸ਼ ਵੰਸ਼ ਦੇ ਵਿੱਚ ਧੰਨ ਕਲੰਗੀਆਂ ਵਾਲੇ ਪਾਤਸ਼ਾਹ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਿਤਾ ਸਤਿਗੁਰੂ ਦੇ ਗ੍ਰਹਿ ਵਿਖੇ ਧੰਨ ਮਾਤਾ ਜੀਤੋ ਜੀ ਦੀ ਕੁੱਖ ਨੂੰ ਸੁਲੱਖਣੀ ਕਰਨ ਵਾਲੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸੰਮਤ ਬਿਕਰਮੀ 1754 ਦੇ ਵਿੱਚ ਪਾਵਨ ਪਵਿੱਤਰ ਜਨਮ ਹੋਇਆ। ਕਿਉਂਕਿ ਕਲੰਗੀਆਂ ਵਾਲੇ ਪਿਤਾ ਅੰਮ੍ਰਿਤ ਕੇ ਦਾਤੇ ਸਤਿਗੁਰੂ ਜੀ ਦੇ ਗ੍ਰਹਿ ਵਿਖੇ 4 ਸਾਹਿਬਜ਼ਾਦਿਆਂ ਨੇ ਜਨਮ ਲਿਆ। ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ, ਜਿਨ੍ਹਾਂ ਦਾ ਪਵਿੱਤਰ ਜਨਮ ਪਾਉਂਟਾ ਸਾਹਿਬ ਦੇ ਜੰਗ ਤੋਂ ਬਾਅਦ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਉਹਨਾਂ ਤੋਂ ਬਾਅਦ ਦੂਸਰੇ ਸਾਹਿਬਜ਼ਾਦੇ ਧੰਨ ਬਾਬਾ ਜੁਝਾਰ ਸਿੰਘ ਜੀ, ਜਿਨ੍ਹਾਂ ਦਾ ਜਨਮ ਧੰਨ ਮਾਤਾ ਜੀਤੋ ਜੀ ਦੀ ਕੁੱਖੋਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਦੋਵੇਂ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਅਤੇ ਬਾਬਾ ਫਤਿਹ ਸਿੰਘ ਸਾਹਿਬ, ਇਹ ਤਿੰਨੋਂ ਸਾਹਿਬਜ਼ਾਦਿਆਂ ਦਾ ਜਨਮ ਆਨੰਦਪੁਰ ਦੀ ਧਰਤੀ 'ਤੇ ਮਾਤਾ ਜੀਤੋ ਜੀ ਦੀ ਕੁੱਖੋਂ ਹੁੰਦਾ ਹੈ। ਸੰਗਤ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜਿਸ ਵੇਲੇ ਜਨਮ ਹੋਇਆ, ਉਸ ਵੇਲੇ ਸੰਮਤ ਬਿਕਰਮੀ 1754, ਇਸ ਹਿਸਾਬ ਨਾਲ ਆਪਾਂ ਵੇਖੀਏ ਤਾਂ ਈਸਵੀ ਉਸ ਵੇਲੇ 1697 ਬਣਦੀ ਆ। ਕਿਉਂਕਿ ਜਦੋਂ ਸੰਮਤ ਤੋਂ ਈਸਵੀ ਬਣਾਉਣਾ ਹੋਵੇ ਤਾਂ ਵਿਦਵਾਨਾਂ ਦਾ ਇਹ ਕਥਨ ਹੈ ਵੀ ਜੋ ਸੰਮਤ ਬਿਕਰਮੀ ਆ ਉਹਦੇ ਵਿੱਚੋਂ 57 ਸਾਲ ਘਟਾ ਦਿਓ ਤਾਂ ਈਸਵੀ ਸੰਮਤ ਬਣ ਜਾਂਦਾ ਹੈ।
ਸੰਮਤ ਬਿਕਰਮੀ 1754 ਦੇ ਵਿੱਚੋਂ ਜੇ 57 ਸਾਲ ਘਟਾਉਣੇ ਆ ਤਾਂ 1697 ਈਸਵੀ ਦੇ ਵਿੱਚ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਅੱਜ ਦੇ ਦਿਨ ਆਨੰਦਪੁਰ ਦੀ ਪਾਵਨ ਧਰਤੀ ਤੇ ਮਾਂ ਧੰਨ ਮਾਤਾ ਜੀਤੋ ਜੀ ਦੀ ਕੁੱਖੋਂ ਧੰਨ ਪਿਤਾ ਅੰਮ੍ਰਿਤ ਕੇ ਦਾਤੇ ਕਲੰਗੀਆਂ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਬਾਲ ਉਮਰ ਦੇ ਵਿੱਚ ਹੀ ਪਿਤਾ ਦੀਆਂ ਬਖਸ਼ਿਸ਼ਾਂ, ਮਾਂ ਦੀਆਂ ਅਸੀਸਾਂ, ਦਾਦੀ ਮਾਂ ਦੀਆਂ ਲੋਰੀਆਂ ਪ੍ਰਾਪਤ ਹੋਈਆਂ। ਜਿਸ ਵੇਲੇ ਮਾਤਾ ਜੀ ਨੂੰ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਮਾਤਾ ਜੀ ਨੇ ਅਨੁਭਵ ਵਿੱਚ ਵੇਖਿਆ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਪੁੱਤਰਾਂ ਦੀਆਂ ਸ਼ਹੀਦੀਆਂ ਵੇਖੀਆਂ, ਆਨੰਦਪੁਰ ਦਾ ਤਿਆਗਣਾ, ਪਰਿਵਾਰ ਵਿਛੋੜਾ ਆਪਣੇ ਅਨੁਭਵ ਵਿੱਚ ਵੇਖਿਆ ਤਾਂ ਪਤੀ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਆਉਣ ਵਾਲਾ ਜਿਹੜਾ ਸਮਾਂ ਤੁਸੀਂ ਮੈਨੂੰ ਜਣਾਇਆ ਇਹ ਮੈਥੋਂ ਵੇਖਿਆ ਨਹੀਂ ਜਾਣਾ। ਤਾਂ ਸਤਿਗੁਰਾਂ ਨੇ ਹੁਕਮ ਕੀਤਾ, ਐ ਜੀਤੋ ਜੀ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਕਿ ਤੁਸੀਂ ਮੇਰੇ ਵਿੱਚ ਹੀ ਸਮਾ ਜਾਵੋ। ਜਿਸ ਵੇਲੇ ਧੰਨ ਮਾਤਾ ਜੀਤੋ ਜੀ ਨੇ ਆਪਣਾ ਸਰੀਰ ਛੱਡਿਆ, ਸਰੀਰ ਤਿਆਗਿਆ, ਉਸ ਵੇਲੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸਰੀਰ ਦੀ ਆਰਬਲਾ ਕੇਵਲ 2 ਵਰਿਆਂ ਦੀ ਹੈ। 2 ਵਰਿਆਂ ਦੇ ਨੇ ਜਿਸ ਵੇਲੇ ਮਾਂ ਦੀ ਗੋਦ ਵਿਛੜ ਗਈ ਹੈ। 2 ਵਰਿਆਂ ਦੇ ਨੇ ਜਿਸ ਵੇਲੇ ਦਾਦੀ ਮਾਂ ਧੰਨ ਮਾਂ ਗੁਜਰ ਕੌਰ ਜੀ ਨੇ ਪਾਲੇ ਆ। ਧੰਨ ਮਾਂ ਗੁਜਰੀ ਜੀ ਨੇ ਮਾਂ ਦੀ ਤਰ੍ਹਾਂ ਆਪਣੇ ਪੋਤਰੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪਾਲਿਆ। ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਵੱਡੇ ਕੀਤੇ ਆ। ਸਿੱਖ ਇਤਿਹਾਸ ਕਹਿੰਦਾ ਜਿਸ ਵੇਲੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਪਰਿਵਾਰ ਦੇ ਸਾਰੇ ਜੀਆਂ ਨੇ ਅੰਮ੍ਰਿਤ ਛਕਿਆ ਸੀ। ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਵੀ ਅੰਮ੍ਰਿਤ ਪਾਨ ਕੀਤਾ ਆਪਣੇ ਪਰਿਵਾਰ ਸਮੇਤ। ਬਖਸ਼ਿਸ਼ ਹੋਈ ਹੈ। ਧੰਨ ਬਾਬਾ ਫਤਿਹ ਸਿੰਘ ਜੀ ਦਾ ਅਸਥਾਨ ਜਦੋਂ ਆਪਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਜਿੱਥੇ ਭੋਰਾ ਸਾਹਿਬ ਦੇ ਕੋਲ, ਸੀਸਗੰਜ ਸਾਹਿਬ ਦੇ ਕੋਲ ਸਾਹਿਬਜ਼ਾਦਿਆਂ ਦੇ ਅਵਤਾਰ ਦਾ ਸਥਾਨ, ਜਨਮ ਦਾ ਅਸਥਾਨ ਹੈ, ਉੱਥੇ ਕੇਸਗੜ੍ਹ ਸਾਹਿਬ ਜਦੋਂ ਦਰਸ਼ਨ ਕਰਨ ਜਾਂਦੇ ਹਾਂ, ਚੜ੍ਹਾਈ ਚੜ੍ਹਦੇ ਹਾਂ, ਸੱਜੇ ਹੱਥ ਤਖਤ ਸਾਹਿਬ ਹੈ, ਖੱਬੇ ਹੱਥ ਉੱਪਰ ਗੁਰਸੰਗਤ ਜੀ ਪੌੜੀਆਂ ਚੜ੍ਹ ਕੇ ਗੁਰਦੁਆਰਾ ਦਮਾਲਗੜ੍ਹ ਸਾਹਿਬ ਦੇ ਦਰਸ਼ਨ ਹੁੰਦੇ ਆ। ਉਹ ਇਤਿਹਾਸਕ ਅਸਥਾਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਇਤਿਹਾਸ ਨਾਲ ਜੁੜਿਆ ਹੋਇਆ। ਆਪ ਸੰਗਤਾਂ ਇਤਿਹਾਸ ਤੋਂ ਜਾਣੂ। ਧੰਨ ਬਾਬਾ ਫਤਿਹ ਸਿੰਘ ਸਾਹਿਬ ਇੱਕ ਦਿਨ ਵੇਖਦੇ ਆ ਕਿ ਸਤਿਗੁਰੂ ਮਹਾਰਾਜ ਤਖਤ 'ਤੇ ਸੁਭਾਏਮਾਨ ਹਨ। ਵੱਡੇ ਵੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਤਿੰਨੇ ਸਾਹਿਬਜ਼ਾਦੇ ਆਪਸ ਵਿੱਚ ਗੱਤਕਾ ਖੇਡ ਰਹੇ ਆ। ਗੱਤਕਾ ਖੇਡਦਿਆਂ ਨੂੰ ਵੇਖਦਿਆਂ ਮਨ ਵਿੱਚ ਚਾਅ ਉੱਠਿਆ, ਕਿਉਂਕਿ ਯੋਧੇ ਦੇ, ਸੂਰਮੇ ਦੇ ਮਨ ਵਿੱਚ ਸ਼ਸਤਰ ਚਲਾਉਣ ਦਾ ਹਮੇਸ਼ਾ ਚਾਅ ਹੁੰਦਾ ਹੈ। ਮਨ ਵਿੱਚ ਚਾਅ ਹੋਇਆ ਵੀ ਮੈਂ ਵੀ ਵੀਰਾਂ ਦੇ ਨਾਲ ਗੱਤਕਾ ਖੇਡਾਂ। ਇੱਕ ਛੋਟੀ ਸ੍ਰੀ ਸਾਹਿਬ ਚੁੱਕ ਕੇ ਆਪਣੇ ਵੀਰਾਂ ਕੋਲ ਆਏ ਨੇ। ਇਤਿਹਾਸ ਸਾਖ ਭਰਦਾ, ਗਵਾਹੀ ਦਿੰਦਾ ਹੈ ਕਿ ਜਿਸ ਵੇਲੇ ਵੱਡੇ ਵੀਰਾਂ ਦੇ ਨਾਲ ਆ ਕੇ ਸ੍ਰੀ ਸਾਹਿਬ ਦੇ ਨਾਲ ਗੱਤਕਾ ਖੇਡਣਾ ਚਾਹਿਆ ਤਾਂ ਧੰਨ ਬਾਬਾ ਅਜੀਤ ਸਿੰਘ ਜੀ ਨੇ ਬੜੇ ਪਿਆਰ ਨਾਲ ਗੋਦ ਵਿੱਚ ਚੁੱਕ ਕੇ ਕਿਹਾ, ਫਤਿਹ ਸਿੰਘ ਛੋਟੇ ਵੀਰ, ਹਜੇ ਤੂੰ ਛੋਟਾ ਹੈ, ਬਹੁਤ ਹਜੇ ਤੂੰ ਬਹੁਤ ਛੋਟਾ ਹੈ। ਜਦੋਂ ਤੂੰ ਵੱਡਾ ਹੋਵੇਂਗਾ ਉਦੋਂ ਸਾਡੇ ਨਾਲ ਗੱਤਕਾ ਖੇਡੀ। ਮਨ ਵਿੱਚ ਖਿਆਲ ਆਇਆ ਵੀ ਮੈਂ ਛੋਟਾ ਹਾਂ, ਬਾਲ ਉਮਰ ਹੈ ਨਾ ਸਰੀਰ ਦੀ। ਮਨ ਵਿੱਚ ਖਿਆਲ ਆਇਆ ਵੀ ਮੇਰਾ ਕੱਦ ਛੋਟਾ ਹੈ, ਮੈਨੂੰ ਤਾਂ ਛੋਟਾ ਕਹਿੰਦੇ ਆ। ਮਹਿਲਾਂ ਵਿੱਚ ਗਏ ਆ ਜਿੱਥੇ ਸਤਿਗੁਰੂ ਮਹਾਰਾਜ ਦੀਆਂ ਦਸਤਾਰਾਂ ਪਈਆਂ ਸਨ। ਪਿਤਾ ਸਤਿਗੁਰੂ ਦੀ ਦਸਤਾਰ ਚੁੱਕੀ, ਆਪਣੇ ਸੀਸ 'ਤੇ ਸਜਾ ਲਈ।
ਸ਼ੀਸ਼ੇ ਮੂਹਰੇ ਖਲੋ ਕੇ ਵੇਖਿਆ ਵੀ ਹਜੇ ਵੀ ਮੈਂ ਉਹਨਾਂ ਦੇ ਕੱਦ ਤੋਂ ਛੋਟਾ ਹਾਂ। ਦਸਤਾਰ ਦੇ ਉੱਪਰ ਦੂਸਰੀ ਪਿਤਾ ਦੀ ਦਸਤਾਰ ਸਜਾ ਲਈ। ਫਿਰ ਵੇਖਿਆ ਵੀ ਮੈਂ ਹਜੇ ਵੀ ਛੋਟਾ ਲੱਗਦਾ ਹਾਂ। ਫਿਰ ਤੀਸਰੀ ਦਸਤਾਰ ਇਸ ਤਰ੍ਹਾਂ ਵੇਖ ਕੇ ਕਈ ਦਸਤਾਰਾਂ ਉੱਪਰ ਸਜਾ ਲਈਆਂ ਸਤਿਗੁਰੂ ਜੀ ਦੀਆਂ। ਦਸਤਾਰਾਂ ਦੇ ਉੱਪਰ ਦਸਤਾਰਾਂ ਸਜਾ ਕੇ, ਜਿਵੇਂ ਅੱਜ ਕੱਲ੍ਹ ਆਪਾਂ ਨਿਹੰਗ ਸਿੰਘਾਂ ਨੂੰ ਵੇਖਦੇ ਹਾਂ, ਕਈ ਨਿਹੰਗ ਸਿੰਘਾਂ ਦੇ ਵੱਡੀਆਂ ਵੱਡੀਆਂ ਦਸਤਾਰਾਂ ਸਜਾਈਆਂ ਹੁੰਦੀਆਂ। ਦਸਤਾਰ ਦੇ ਉੱਪਰ ਦੀ ਦਸਤਾਰ, ਦਸਤਾਰ ਉੱਪਰ ਦਸਤਾਰ, ਇੰਨੀਆਂ ਦਸਤਾਰਾਂ ਸਜਾ ਲਈਆਂ ਬਾਬਾ ਫਤਿਹ ਸਿੰਘ ਸਾਹਿਬ ਨੇ ਕਿ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਦਾ ਸਰੀਰ ਦਾ ਕੱਦ ਬਾਬਾ ਅਜੀਤ ਸਿੰਘ ਦੇ ਬਰਾਬਰ ਹੋ ਗਿਆ। ਤੇ ਸਾਹਿਬਜ਼ਾਦਿਆਂ ਦੇ ਕੋਲ ਆ ਕੇ ਫੇਰ ਸ੍ਰੀ ਸਾਹਿਬ ਚੁੱਕ ਕੇ ਬਰਾਬਰ ਖਲੋ ਗਏ ਆ। ਕਹਿਣ ਲੱਗੇ, ਵੀਰ ਵੇਖੋ ਹੁਣ ਤਾਂ ਮੈਂ ਤੁਹਾਡੇ ਬਰਾਬਰ ਹੋ ਗਿਆ, ਹੁਣ ਤਾਂ ਮੈਂ ਗੱਤਕਾ ਖੇਡ ਸਕਦਾ। ਦੇਖੋ ਵੱਡਿਆਂ ਘਰਾਂ ਦੇ ਬਾਲਕ, ਉਹਨਾਂ ਦੀ ਸੋਚ ਉਹ ਵੀ ਵੱਡੀ ਹੋਇਆ ਕਰਦੀ ਹੈ। ਧੰਨ ਕਲਗੀਧਰ ਪਿਤਾ ਸਾਹਿਬ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਜਿਸ ਵੇਲੇ ਦਸਤਾਰਾਂ ਸਜਾ ਕੇ ਸਾਹਿਬਜ਼ਾਦਿਆਂ ਕੋਲ, ਵੱਡੇ ਭਰਾਵਾਂ ਕੋਲ ਆਏ ਆ, ਤਾਂ ਕਲਗੀਧਰ ਪਿਤਾ ਜੀ ਸਾਰਾ ਕੌਤਕ ਵੇਖ ਰਹੇ ਸਨ। ਉਸੇ ਵੇਲੇ ਤਖਤ ਤੋਂ ਥੱਲੇ ਉਤਰ ਕੇ ਆ ਕੇ ਮਹਾਰਾਜ ਨੇ ਗੋਦ ਵਿੱਚ ਲੈ ਕੇ ਕਿਹਾ, ਫਤਿਹ ਸਿੰਘ ਨਿਹਾਲ ਨਿਹਾਲ ਨਿਹਾਲ, ਅੱਜ ਤੋਂ ਤੇਰਾ ਪੰਥ ਚੱਲੇਗਾ। ਜਿਵੇਂ ਤਾਂ ਦਸਤਾਰਾਂ ਸਜਾਈਆਂ ਨੇ ਇਵੇਂ ਤੇਰਾ ਪੰਥ ਚੱਲੇਗਾ। ਤੇਰੇ ਨਾਮ ਤੇ ਪੰਥ ਵਿੱਚ ਨਿਹੰਗ ਸਿੰਘ ਹੋਣਗੇ, ਉਹ ਤੇਰੇ ਵਾਂਗੂ ਦਸਤਾਰਾਂ ਸਜਾਇਆ ਕਰਨਗੇ। ਜਿਵੇਂ ਤੈਂ ਨੀਲੀਆਂ ਦਸਤਾਰਾਂ ਸਜਾਈਆਂ, ਤੇਰੇ ਨਾਮ ਤੇ ਨਿਹੰਗਾਂ ਸਿੰਘਾਂ ਦੇ ਵਿੱਚ ਨੀਲੀਆਂ ਫੌਜਾਂ ਹੋਇਆ ਕਰਨਗੀਆਂ। ਅੱਜ ਨਿਹੰਗ ਸਿੰਘਾਂ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਦੇ ਨਾਮ ਦਾ ਪੰਥ ਚੱਲਦਾ ਹੈ। ਉਹ ਮਹਾਨ ਸਾਹਿਬਜ਼ਾਦੇ ਜਿਨ੍ਹਾਂ ਨੇ ਸਿੱਖ ਪੰਥ ਦੀਆਂ ਨੀਹਾਂ ਨੂੰ ਪੱਕਿਆਂ ਕਰਨ ਲਈ ਸਰਹੰਦ ਦੀਆਂ ਨੀਹਾਂ ਦੇ ਵਿੱਚ ਆਪਾ ਕੁਰਬਾਨ ਕਰ ਦਿੱਤਾ। ਉਸ ਮਹਾਨ ਸ਼ਹੀਦ ਜਿਨ੍ਹਾਂ ਨੂੰ ਛੋਟੇ ਹੀ ਉਮਰੇ ਨਾਮ ਦੇ ਨਾਲ ਬਾਬਾ ਲਕਬ ਪ੍ਰਾਪਤ ਹੋਇਆ, ਜਿੱਥੇ ਅਸੀਂ ਸਾਹਿਬਜ਼ਾਦਾ ਕਹਿੰਦੇ ਹਾਂ, ਉੱਥੇ ਧੰਨ ਬਾਬਾ ਫਤਿਹ ਸਿੰਘ ਵੀ ਕਹਿੰਦੇ ਹਾਂ। ਅੱਜ ਉਹਨਾਂ ਦਾ ਪਵਿੱਤਰ ਅਵਤਾਰ ਦਿਹਾੜਾ, ਜਨਮ ਦਿਹਾੜਾ ਸਮੁੱਚੀ ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾ ਰਹੀ ਹੈ। ਆਪ ਸਰਬੱਤ ਸੰਗਤਾਂ ਨੂੰ ਇੱਕ ਵਾਰ ਫੇਰ ਧੰਨ ਬਾਬਾ ਫਤਿਹ ਸਿੰਘ ਸਾਹਿਬ, ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ। ਬਾਬਾ ਫਤਿਹ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ। 2 ਸਾਲ ਦੀ ਉਮਰ ਹੀ ਬਾਬਾ ਫਤਿਹ ਸਿੰਘ ਜੀ ਨੇ ਕਲੰਗੀਆਂ ਵਾਲੇ ਦਾ ਬਖਸ਼ਿਸ਼ ਕੀਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ। ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਗੁਰੇਜ਼ ਕਰਨ ਲੱਗ ਪਏ ਹਾਂ। ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਅੱਜ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ 'ਤੇ ਇਹ ਪ੍ਰਣ ਕਰੀਏ ਕਿ ਅਸੀਂ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਵਾਵਾਂਗੇ। ਜਿਹੜੇ ਬੱਚੇ ਸਿਰ 'ਤੇ ਦਸਤਾਰ ਨਹੀਂ ਸਜਾਉਂਦੇ, ਛੋਟੇ ਛੋਟੇ ਪਟਕੇ ਸਜਾਉਂਦੇ ਆ, ਪਟਕੀਆਂ ਸਜਾਉਂਦੇ ਆ, ਉਹ ਬਾਬਾ ਫਤਿਹ ਸਿੰਘ ਤੋਂ ਸੇਧ ਲਓ। ਜਿਹੜੇ ਕਹਿੰਦੇ ਆ ਦਸਤਾਰ ਦਾ ਭਾਰ ਲੱਗਦਾ ਹੈ, ਬੋਝ ਲੱਗਦਾ ਹੈ, ਸੰਗਤ ਜੀ ਧੰਨ ਬਾਬਾ ਫਤਿਹ ਸਿੰਘ ਜਿਹਨੇ ਸਤਿਗੁਰਾਂ ਦੀਆਂ ਕਿੰਨੀਆਂ ਦਸਤਾਰਾਂ ਇੱਕੋ ਵਾਰ ਸੀਸ 'ਤੇ ਸਜਾ ਲਈਆਂ। ਉਹ ਅੱਜ ਪ੍ਰਣ ਕਰੋ ਕਿ ਅੱਜ ਤੋਂ ਬਾਅਦ ਘਰੋਂ ਬਾਹਰ ਦਸਤਾਰ ਤੋਂ ਬਿਨਾਂ ਨਹੀਂ ਨਿਕਲੋਗੇ। ਦਸਤਾਰ ਸੀਸ 'ਤੇ ਜ਼ਰੂਰੀ ਆ ਸਜਾਉਣੀ। ਸਿੱਖ ਦੀ ਪਹਿਚਾਣ ਆ ਦੇਸ਼ ਵਿਦੇਸ਼ ਅੰਦਰ ਦਸਤਾਰ। ਸੋ ਦਸਤਾਰ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਂਦਿਆਂ ਹੋਏ ਅੱਜ ਪ੍ਰਣ ਕਰੀਏ ਕਿ ਹਰ ਸਿੱਖ ਆਪਣੇ ਸੀਸ 'ਤੇ ਦਸਤਾਰ ਸਜਾਵੇਗਾ। ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਆਪ ਸਰਬੱਤ ਸੰਗਤਾਂ ਮਨਾ ਰਹੇ ਹੋ, ਵਧਾਈ ਦੇ ਪਾਤਰ ਹੋ। ਆਓ ਪਾਵਨ ਜੋ ਪਵਿੱਤਰ ਸ਼ਬਦ ਸਤਿਗੁਰਾਂ ਨੇ ਮੁੱਖ ਵਾਕ ਰੂਪ 'ਚ ਬਖਸ਼ੇ ਹੈ, ਤਿਸ ਦੀ ਵਿਚਾਰ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ,
ਤਾ ਕਉ ਅਚਰਜ ਕਾਹੂ। ਭਗਤ ਕਬੀਰ ਸਾਹਿਬ ਜੀ ਕਾਂਸੀ ਦੇ ਵਿੱਚ ਆਪਣਾ ਵਿਸਰਾਮ ਕਰਿਆ ਕਰਦੇ। ਵਿਸਰਾਮ ਦਾ ਭਾਵ ਰਹਿਣ ਮਸੇਰਾ ਕਾਂਸੀ ਦੇ ਵਿੱਚ ਰੱਖਿਆ ਹੋਇਆ ਸੀ। ਪਰਿਵਾਰ ਸਮੇਤ ਕਾਂਸੀ ਦੇ ਵਿੱਚ ਰਹਿੰਦੇ ਸਨ। ਕਾਂਸੀ ਦੇ ਵਿੱਚ ਇੱਕ ਪੁਰਾਤਨ ਸਮੇਂ ਦੇ ਵਿੱਚ ਇੱਕ ਮਿੱਥ ਹੈ, ਰਵਾਇਤ ਹੈ ਕਿ ਸ਼ਿਵ ਜੀ ਨੇ ਕਾਂਸੀ ਦੀ ਰਚਨਾ ਕੀਤੀ ਹੈ ਤੇ ਉਹਨੇ ਵਰ ਦਿੱਤਾ ਹੈ, ਜਿਹੜਾ ਕਾਂਸੀ ਵਿੱਚ ਮਰੇਗਾ ਕਾਂਸੀ ਮਰਨਾਂਤ ਮੁਕਤੀ। ਕਾਂਸੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲੇਗੀ। ਭਗਤ ਜੀ ਦਾ ਬੰਦਗੀ ਕਰਨ ਕਰਕੇ ਬੜਾ ਨਾਮ ਸੰਸਾਰ ਵਿੱਚ ਪ੍ਰਸਿੱਧ ਹੋਇਆ, ਕਿਉਂਕਿ ਜਿਹੜਾ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਉਹਨੂੰ ਪਰਮੇਸ਼ਰ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਹੈ। ਗੁਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥਿਆ। ਮਹਾਰਾਜ ਕਹਿੰਦੇ ਭਾਈ ਲਾਲ ਭਾਵੇਂ ਲੀਰਾਂ ਵਿੱਚ ਲਪੇਟ ਕੇ ਰੱਖ ਦਿਓ, ਪਰ ਇੱਕ ਨਾ ਇੱਕ ਦਿਨ ਉਹਨੇ ਪ੍ਰਗਟ ਹੋ ਹੀ ਜਾਣਾ ਹੈ। ਜੌਹਰੀ ਨੇ ਉਹਦੀ ਪਰਖ ਕਰ ਹੀ ਲੈਣੀ ਹੈ। ਜਿਹੜੇ ਉਹਦੀ ਕੀਮਤ ਜਾਣਦੇ ਆ ਉਹਨਾਂ ਨੇ ਉਹਦੀ ਕੀਮਤ ਪਾਉਣੀ ਪਾਉਣੀ ਹੈ। ਭਗਤ ਭਾਵੇਂ ਉਸ ਵੇਲੇ ਲੀਰਾਂ ਦੀ ਨਿਆਈ ਅਖੌਤੀ ਨੀਵੀਂ ਜਾਤ ਦੇ ਵਿੱਚ, ਸਿੱਖੀ ਵਿੱਚ ਤਾਂ ਜਾਤ ਨੂੰ ਕੋਈ ਥਾਂ ਨਹੀਂ, ਪਰ ਉਹ ਸਮਾਂ ਐਸਾ ਸੀ ਭਗਤ ਜੀ ਦੀ ਜਾਤ ਨੂੰ ਵਿਦਾਂਤ ਮੱਤ ਵਾਲਿਆਂ ਨੇ ਵੀ ਮਖੌਲ ਕੀਤੇ ਨੇ, ਬੜੇ ਬੜੇ ਮਖੌਲ ਕੀਤੇ। ਇਸੇ ਕਰਕੇ ਭਗਤ ਜੀ ਨੇ ਆਪਣੀ ਜਾਤ ਦਾ ਜ਼ਿਕਰ ਕੀਤਾ। ਭਗਤ ਜੀ ਕਹਿੰਦੇ ਭਾਵੇਂ ਮੇਰੀ ਨੀਵੀਂ ਜਾਤ ਹੈ, ਭਾਵੇਂ ਮੈਂ ਮੱਤ ਦਾ ਭੋਲਾਂਗਾ, ਪਰ ਇਹ ਜਿਹੜੀ ਕਾਂਸੀ ਦੀ ਧਰਤੀ ਆ, ਮੈਂ ਇੱਥੇ ਬਸਦਾ, ਇੱਥੇ ਕੋਈ ਮੈਂ ਇਹਦੇ ਬਰ ਕਰਕੇ ਨਹੀਂ ਰਹਿ ਰਿਹਾ। ਉਥੋਂ ਦੇ ਜਿਹੜੇ ਪੰਡਤ ਸੀ ਉਹਨਾਂ ਦੇ ਮਨ 'ਚ ਈਰਖਾ ਆਈ, ਇਕੱਠੇ ਹੋ ਕੇ ਸੋਚਿਆ ਵੀ ਭਗਤ ਨੂੰ ਇੱਥੋਂ ਕਿਵੇਂ ਕੱਢਿਆ ਜਾਵੇ। ਵਿਚਾਰ ਆਈ, ਭਗਤ ਜੀ ਕੋਲ ਇਕੱਠੇ ਹੋ ਕੇ ਆਏ, ਕਹਿਣ ਲੱਗੇ ਆ ਭਗਤ ਕਬੀਰ, ਇਹ ਧਰਤੀ ਤੇ ਤੁਸੀਂ ਤਾਂ ਰਹਿੰਦੇ ਹੋ ਕਿ ਇੱਥੇ ਸ਼ਿਵ ਜੀ ਨੇ ਵਰ ਦਿੱਤਾ ਹੋਇਆ ਹੈ। ਭਗਤ ਕਬੀਰ ਜੀ ਕਹਿੰਦੇ ਕੀ ਵਰ ਦਿੱਤਾ ਹੈ? ਕਹਿੰਦੇ ਜੀ ਵਰ ਦਿੱਤਾ ਹੋਇਆ ਵੀ ਕਾਂਸੀ ਮਰਨਾਂਤ ਮੁਕਤੀ, ਵੀ ਜਿਹੜਾ ਕਾਂਸੀ 'ਚ ਮਰੂਗਾ ਉਹਨੂੰ ਮੁਕਤੀ ਮਿਲੇਗੀ। ਭਗਤ ਜੀ ਕਹਿੰਦੇ ਜੇ ਤੁਹਾਡੇ ਮਨ ਵਿੱਚ ਇਹ ਆ ਵੀ ਕਾਂਸੀ 'ਚ ਮਰਨ ਕਰਕੇ ਮੁਕਤੀ ਮਿਲਦੀ ਹੈ, ਫਿਰ ਨਾਮ ਜਪਣ ਦਾ ਕੀ ਫਾਇਦਾ ਹੋਇਆ? ਅਸੀਂ ਤਾਂ ਨਾਮ ਜਪ ਕੇ ਹੀ ਪ੍ਰਭੂ ਤੋਂ ਮੁਕਤੀ ਪਾਈ ਹੈ। ਨਾਮ ਜਪਣ ਦੇ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੈ। ਉਹ ਕਹਿਣ ਲੱਗੇ ਜੇ ਨਾਮ ਦੀ ਏਡੀ ਮਹਾਨਤਾ ਹੈ ਤਾਂ ਮਗਹਰ ਦੀ ਧਰਤੀ ਨੂੰ, ਯੂਪੀ ਦੇ ਵਿੱਚ ਬਸਤੀ ਨਾਮ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਮਗਹਰ। ਉਹ ਪਾਂਡੇ ਕਹਿਣ ਲੱਗੇ, ਪੰਡਤ ਕਹਿਣ ਲੱਗੇ ਭਗਤ ਜੀ ਫਿਰ ਉਹ ਧਰਤੀ ਨੂੰ ਸਰਾਪ ਮਿਲਿਆ ਹੋਇਆ ਗਣੇਸ਼ ਜੀ ਦਾ, ਬਿਆਸ ਜੀ ਤੋਂ ਸਰਾਪ ਦਵਾਇਆ ਹੋਇਆ, ਉਹ ਧਰਤੀ ਤੇ ਜਾ ਕੇ ਰਹੋ। ਕਿਉਂਕਿ ਬਿਆਸ ਜੀ ਦੇ ਕੋਲ ਪੁਰਾਤਨ ਸਮਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਬੇਅੰਤ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਸਨ, ਬੜੇ ਵੱਡੇ ਧੁਰੰਧਰ ਵਿਦਵਾਨ ਸੀ। ਉਹ ਆਪਣੇ ਇੱਕ ਵਾਰ ਕਹਿੰਦੇ ਵਿਦਿਆਰਥੀਆਂ ਸਮੇਤ ਜਿੱਥੇ ਮਗਹਰ ਦੀ ਧਰਤੀ ਹੈ ਇੱਥੇ ਆ ਕੇ ਰਹੇ। ਸਿਵਾਂ ਦੇ ਮਨ ਵਿੱਚ ਆਇਆ, ਪੁਰਾਤਨ ਮੈਥੋਲੋਜੀ ਮਿਥਿਹਾਸ ਦਾ ਪ੍ਰਸੰਗ ਹੈ ਵੀ ਜਿੰਨੀ ਕਾਂਸੀ ਦੀ ਜਨਤਾ ਹੈ ਉਹ ਸਾਰੇ ਮਗਹਰ ਦੀ ਧਰਤੀ ਤੇ ਜਾਣ ਲੱਗ ਗਈ ਹੈ, ਕਿਉਂਕਿ ਜਿੱਥੇ ਵਿਦਵਾਨ ਲੋਕ ਨੇ ਉੱਥੇ ਲੋਕਾਂ ਦਾ ਆਉਣਾ ਜਾਣਾ ਹੋ ਜਾਂਦਾ ਹੈ। ਮਨ ਵਿੱਚ ਈਰਖਾ ਹੋ ਗਈ ਵੀ ਮੇਰੀ ਵਸਾਈ ਹੋਈ ਨਗਰੀ ਦੇ ਵਿੱਚ ਗਿਣਤੀ ਘਟ ਰਹੀ ਹੈ, ਮਗਹਰ ਦੇ ਵਿੱਚ ਗਿਣਤੀ ਵੱਧ ਰਹੀ ਹੈ। ਤਾਈਓ ਮਹਾਰਾਜ ਨੇ ਕਿਹਾ ਨਾ ਵੀ ਇਹ ਜਿੰਨੇ ਦੇਵਤੇ ਨੇ ਇਹ ਵੀ ਤਿੰਨਾਂ ਗੁਣਾਂ ਦੇ ਅਧੀਨ ਨੇ, ਮਾਇਆ ਦੇ ਅਧੀਨ ਨੇ। ਇਹਨਾਂ ਨੂੰ ਵੀ ਤਿੰਨਾਂ ਗੁਣਾਂ ਨੇ, ਮਾਇਆ ਨੇ ਛਲਿਆ ਹੋਇਆ ਹੈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਐਸੀ ਈਰਖਾ ਹੋਈ। ਆਪਣੇ ਪੁੱਤਰ ਉਸ ਵੇਲੇ ਗਣੇਸ਼ ਨੂੰ ਕਿਹਾ ਵੀ ਤੂੰ ਜਾ ਕੇ ਵਿਦਿਆਰਥੀ ਦਾ ਰੂਪ ਧਾਰ ਕੇ ਕੋਈ ਐਸੀ ਛਲ ਕਰ, ਬਿਆਸ ਜੀ ਤੋਂ ਸਰਾਪ ਦਵਾਓ ਧਰਤੀ ਨੂੰ। ਗਣੇਸ਼ ਕਹਿੰਦੇ ਵਿਦਿਆਰਥੀ ਦਾ ਰੂਪ ਧਾਰ ਕੇ
ਬਿਆਸ ਜੀ ਦੇ ਕੋਲ ਗਿਆ ਹੈ, ਪੜ੍ਹਨ ਦਾ ਪੜ੍ਹਦਾ, ਐਸਾ ਉਹਦਾ ਫੇਵਰਟ ਵਿਦਿਆਰਥੀ ਹੋ ਗਿਆ ਹੈ ਕਿ ਹਰ ਸਮੇਂ ਗਣੇਸ਼ ਜੀ ਨੂੰ ਕੋਲ ਬਿਠਾ ਕੇ ਰੱਖਦੇ ਆ। ਇੱਕ ਦਿਨ ਬਚਨ ਕਰਦਿਆਂ ਗਣੇਸ਼ ਜੀ ਕਹਿੰਦੇ, ਪੁੱਛਣ ਲੱਗੇ, ਹੇ ਗੁਰਦੇਵ, ਹੇ ਬਿਆਸ ਜੀ, ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ ਉਹ ਕਿੱਥੇ ਜਾਵੇਗਾ, ਉਹਦੀ ਕੀ ਗਤੀ ਹੋਵੇਗੀ? ਕਿਉਂਕਿ ਸ਼ਿਵਜੀ ਜੀ ਨੇ ਜਿਹੜੀ ਕਾਂਸੀ ਵਸਾਈ ਹੈ ਉਹਨੂੰ ਵਰ ਦਿੱਤਾ ਹੋਇਆ, ਕਾਂਸੀ ਮਰਨਾਂਤ ਮੁਕਤੀ। ਇਹ ਤੁਹਾਡੀ ਧਰਤੀ ਆ ਮਗਰ, ਇੱਥੇ ਮਰਨ ਤੋਂ ਬਾਅਦ ਕਿੱਥੇ ਜਾਵੇਗਾ? ਉਹ ਕਹਿੰਦੇ ਸਵਰਗ ਜਾਵੇਗਾ। ਦੁਬਾਰਾ ਫੇਰ ਪੁੱਛਿਆ, ਕਹਿੰਦੇ ਗੁਰਦੇਵ ਸੋਚ ਕੇ ਦੱਸੋ ਕਿੱਥੇ ਜਾਵੇਗਾ? ਕਹਿੰਦੇ ਗਣੇਸ਼ ਤੈਨੂੰ ਕਿਹਾ ਤਾਂ ਹੈ ਵੀ ਜਿਹੜਾ ਇੱਥੇ ਮਗਹਰ ਮਰੇਗਾ ਉਹ ਸਵਰਗ ਜਾਵੇਗਾ। ਤੀਸਰੀ ਵਾਰ ਫੇਰ ਕਹਿਣ ਲੱਗੇ, ਗੁਰਦੇਵ ਸੋਚ ਕੇ ਦੱਸੋ ਚੰਗੀ ਤਰ੍ਹਾਂ। ਥੋੜਾ ਖਿੱਝ ਕੇ ਕਹਿਣ ਲੱਗੇ ਬਿਆਸ ਜੀ, ਕਹਿੰਦੇ ਗਣੇਸ਼ ਤੈਨੂੰ ਕਿਹਾ ਤਾਂ ਹੈ, ਬਾਰ-ਬਾਰ ਪੁੱਛੀ ਜਾਣਾ ਵੀ ਜਿਹੜਾ ਇੱਥੇ ਮਰੇਗਾ ਉਹ ਸਵਰਗ ਜਾਵੇਗਾ। ਚੌਥੀ ਵਾਰ ਫੇਰ ਕਹਿਣ ਲੱਗੇ, ਗੁਰਦੇਵ ਚੰਗੀ ਤਰ੍ਹਾਂ ਵਿਚਾਰ ਕਰ ਲਓ, ਜਿਹੜਾ ਇੱਥੇ ਮਗਹਰ ਮਰੇਗਾ ਉਹ ਕਿੱਥੇ ਜਾਵੇਗਾ? ਉਹ ਕਹਿੰਦੇ ਬਾਰ-ਬਾਰ ਨਾ ਤੂੰ ਸਿਰ ਖਪਾ ਕਰ, ਜਿਹੜਾ ਇੱਥੇ ਮਰੇਗਾ ਕਹਿੰਦੇ ਉਹ ਗਧੇ ਦੀ ਜੂਨ ਪਾਊਗਾ। ਜਦੋਂ ਉਹਨਾਂ ਨੇ ਕਿਹਾ ਗਧੇ ਦੀ ਜੂਨ ਪਾਊਗਾ, ਕਹਿੰਦੇ ਗਣੇਸ਼ ਨੇ ਕਹਿ ਦਿੱਤਾ ਤਥਾਸਤੁ। ਉੱਥੋਂ ਦੌੜ ਕੇ ਕਹਿੰਦੇ ਆਪਣੇ ਪਿਤਾ ਕੋਲੇ ਆ ਗਿਆ ਤੇ ਲੋਕਾਂ 'ਚ ਪ੍ਰਗਟ ਹੋ ਗਿਆ ਵੀ ਜਿਹੜਾ ਮਗਹਰ ਮਰੇਗਾ ਉਹ ਮਨਾਂ 'ਚ ਵਹਿਮ ਪਾ ਦਿੱਤਾ ਵੀ ਗਧੇ ਦੀ ਜੂਨ ਪਵੇਗਾ। ਇਉਂ ਪ੍ਰਚਲਿਤ ਸੀ ਇਹ ਮੈਥ, ਇਹ ਕਹਾਵਤ ਵੀ ਇਹਨੂੰ ਸਰਾਪ ਹੋਇਆ ਵਾ ਧਰਤੀ ਨੂੰ। ਭਗਤ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਨਾਮ ਕਰਕੇ ਹੀ ਮੁਕਤ ਹੋਣਾ ਹੈ ਫਿਰ ਤੁਸੀਂ ਮਗਹਰ ਜਾ ਵਸੋ, ਉੱਥੇ ਮਰਨ ਵਾਲਾ ਗਧੇ ਦੀ ਜੂਨ ਪੈਂਦਾ। ਭਗਤ ਜੀ ਕਹਿੰਦੇ ਚੰਗਾ, ਜੇ ਤੁਹਾਡੇ ਮਨ ਵਿੱਚ ਇਹ ਵਹਿਮ ਹੈ, ਇਹ ਵੀ ਵਹਿਮ ਕੱਢ ਦਿੰਦੇ ਹਾਂ ਅਸੀਂ ਮਗਹਰ ਦੀ ਧਰਤੀ ਤੇ ਜਾ ਵਸਦੇ ਹਾਂ। ਭਗਤ ਜੀ ਪਰਿਵਾਰ ਸਮੇਤ, ਸੰਗੀਆਂ ਸਮੇਤ ਕਾਂਸੀ ਨੂੰ ਤਿਆਗ ਕਰਕੇ ਮਗਹਰ ਦੀ ਧਰਤੀ ਤੇ ਜਾ ਵਸੇ। ਜਦੋਂ ਭਗਤ ਜੀ ਆ ਕੇ ਮਗਹਰ ਰਹੇ ਤਾਂ ਲੋਕਾਂ ਨੇ ਉਪਹਾਸ ਕੀਤਾ, ਮਖੌਲ ਕੀਤਾ ਵੀ ਭਗਤ ਤਾਂ ਮੱਤ ਦਾ ਭੋਲਾ ਹੀ ਆ। ਉਹਨਾਂ ਪੰਡਤਾਂ ਦੇ ਆਖੇ ਲਾ ਕੇ ਇੱਥੇ ਆ ਗਏ, ਇੱਥੇ ਤਾਂ ਮਰਨ ਵਾਲਾ ਗਧੇ ਦੀ ਜੂਨ ਪੈਂਦਾ ਹੈ। ਤਾਂ ਭਗਤ ਜੀ ਨੇ ਉਸ ਵੇਲੇ ਫਿਰ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਭਗਤ ਜੀ ਕਹਿੰਦੇ ਭਾਈ ਜਿਹੜਾ ਭਾਉ ਭਗਤ ਪ੍ਰੇਮਾ ਭਗਤੀ ਜਾਣਦਾ ਹੈ, ਕਛ ਜਾਣੈ ਥੋੜੀ ਜਿਹੀ ਵੀ ਭਗਤੀ ਕਰਦਾ ਹੈ, ਉਹਨੂੰ ਇਹ ਧਰਤੀ ਤੇ ਮਗਹਰ ਕੱਲਰ ਦੀ ਧਰਤੀ ਤੇ ਊਖਰ ਮਗਹਰ ਕਿਹਾ। ਇਹ ਜਿਹੜੀ ਕੱਲਰੀ ਧਰਤੀ ਮਗਹਰ ਦੀ ਧਰਤੀ ਆ, ਇੱਥੇ ਮਰ ਕੇ ਮੁਕਤ ਹੋਣਾ ਕਿਹੜੀ ਅਚਰਜ ਦੀ ਗੱਲ ਹੈ, ਕੋਈ ਹੈਰਾਨੀ ਦੀ ਗੱਲ ਨਹੀਂ। ਕਿਉਂਕਿ ਜਿਹੜਾ ਬੰਦਗੀ ਕਰਦਾ ਹੈ, ਪ੍ਰੇਮਾ ਭਗਤੀ ਕਰਦਾ ਹੈ, ਉਹਨੂੰ ਤਾਂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਮੁਕਤ ਕਰਨਾ ਹੀ ਕਰਨਾ ਹੈ। ਵੱਖ-ਵੱਖ ਜਿਹੜੇ ਫਿਰਕੇ ਹੈ, ਧਰਮ ਹੈ, ਸੰਗਤ ਜੀ, ਉਹਨਾਂ ਨੇ ਮੁਕਤੀ ਵੱਖ-ਵੱਖ ਮੰਨੀ ਆ। ਈਸਾਈ ਮਤ, ਮੁਸਲਿਮ ਮਤ ਨੇ ਮੰਨਿਆ ਕਿ ਕਿਆਮਤ ਵਾਲੇ ਦਿਨ, ਮੁਸਲਿਮ ਮੰਨਦੇ ਆ ਵੀ ਮੁਹੰਮਦ ਸਾਹਿਬ, ਈਸਾਈ ਮੰਨਦੇ ਆ ਵੀ ਈਸਾ ਜੀ ਨੇ ਕਿਆਮਤ ਵਾਲੇ ਦਿਨ ਸਾਨੂੰ ਸਾਰੇ ਮੁਰਦਿਆਂ ਨੂੰ ਉਠਾਲਣਾ ਹੈ ਤੇ ਸਾਨੂੰ 72 ਹੂਰਾਂ ਦੇਣੀਆਂ, ਬਹਿਸ਼ਤ ਦੇਣਾ ਹੈ। ਮੁਸਲਿਮ ਉਸ ਨੂੰ ਬਹਿਸ਼ਤ ਕਹਿੰਦੇ ਆ, ਹਿੰਦੂ ਉਹਨੂੰ ਸਵਰਗ ਕਹਿੰਦੇ ਆ। ਹਿੰਦੂ ਵੀਰ ਸਵਰਗ ਮੰਨਦੇ ਆ, ਫਿਰ ਉਸ ਤੋਂ ਉੱਪਰ ਬ੍ਰਹਮਾ ਦਾ ਲੋਕ ਮੰਨਦੇ ਆ, ਫਿਰ ਉਸ ਤੋਂ ਉੱਪਰ ਵਿਸ਼ਨੂੰ ਜੀ ਦਾ ਲੋਕ ਮੰਨਦੇ ਆ, ਉੱਪਰ ਫਿਰ ਗੌ ਲੋਕ ਮੰਨਦੇ ਆ। ਪਰ ਸਿੱਖੀ ਵਿੱਚ ਇਹਨੂੰ ਮਾਨਤਾ ਨਹੀਂ ਹੈ। ਸਿੱਖੀ ਦੇ ਵਿੱਚ ਜਿੱਥੇ ਜੀਵਨ ਮੁਕਤ ਦਾ ਜ਼ਿਕਰ ਮਿਲਦਾ ਹੈ, ਜਿੱਥੇ ਬਦੇ ਮੁਕਤ ਦਾ ਜ਼ਿਕਰ ਮਿਲਦਾ ਹੈ, ਨਿਤ ਮੁਕਤ ਦਾ ਜ਼ਿਕਰ ਮਿਲਦਾ ਹੈ। ਜਦੋਂ ਮੁਕਤੀਆਂ ਦੀ ਗੱਲ ਚੱਲਦੀ ਹੈ, ਜੀਵਨ ਮੁਕਤ ਦਾ ਜ਼ਿਕਰ ਬਾਣੀ 'ਚ ਬਹੁਤ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ। ਜੀਵਨ ਮੁਕਤ ਉਹ ਹੈ, ਮਹਾਰਾਜ ਕਹਿੰਦੇ, ਜਿਹਦੇ ਹਿਰਦੇ 'ਚ ਭਗਵਾਨ ਵਸਿਆ ਹੋਇਆ। ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦੀ 8ਵੀਂ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਮੁਕਤ ਪੁਰਖ ਦੇ ਕੁਝ ਲੱਛਣ ਕਹੇ ਆ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਸੋਠ ਰਾਗ ਦੇ ਵਿੱਚ ਜੀਵਨ ਮੁਕਤ ਪੁਰਖ ਦੀਆਂ 19 ਨਿਸ਼ਾਨੀਆਂ ਕਹੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦੱਸਿਆ ਵੀ ਜੀਵਨ ਮੁਕਤ ਪੁਰਖ ਉਹ ਹੈ ਜਿਹਨੂੰ ਅੰਮ੍ਰਿਤ ਤੇ ਬਿਖ ਇੱਕ ਸਮਾਨ ਹੈ, ਮਾਨ ਤੇ ਅਪਮਾਨ ਇੱਕ ਸਮਾਨ ਹੈ, ਜਿਹਨੂੰ ਸਵਰਨ ਤੇ ਮਿੱਟੀ ਇੱਕ ਬਰਾਬਰ ਹੈ, ਉਹ ਜੀਵਨ ਮੁਕਤ ਹੈ। ਜਿੱਥੇ ਜੀਵਨ ਮੁਕਤ ਦੀ ਗੱਲ ਹੈ ਉੱਥੇ ਗੁਰਸੰਗਤ ਜੀ ਬਦੇਹ ਮੁਕਤ ਦਾ ਵੀ ਜ਼ਿਕਰ ਆਉਂਦਾ ਹੈ। ਜਦੋਂ ਬਦੇਹ ਮੁਕਤ ਬਾਰੇ ਵਿਚਾਰਦੇ ਹਾਂ ਤਾਂ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਜਿਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ 48 ਸਿੰਘਾਂ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਸੰਥਿਆ ਅਰਥਾਂ ਸਮੇਤ ਬਖਸ਼ਿਸ਼ ਕੀਤੀ, ਉਹ ਸੰਥਿਆ ਕਰਨ ਵਾਲੇ 48 ਸਿੰਘਾਂ ਦੇ ਵਿੱਚ ਜਿਹੜੇ ਸ਼੍ਰੋਮਣੀ ਸਿੰਘ ਸਨ, ਮੁਖੀ ਸਿੰਘ ਸੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਆਦਿਕ, ਸਾਰੇ ਸਿੰਘਾਂ ਨੂੰ ਮਹਾਰਾਜ ਨੇ ਬਦੇਹ ਮੁਕਤੀ ਦੀ ਦਾਤ ਦੇ ਦਿੱਤੀ ਸੀ ਕਥਾ ਸੁਣਨ ਕਰਕੇ। ਕਥਾ ਦਾ ਸੁਣ ਹਰ ਕਥਾ ਉਤਾਰੀ ਮੈਲ, ਕਥਾ ਸੁਣਨ ਦਾ ਕਥੜੀਆਂ ਸੰਤਾਹ ਤੇ ਸਖਾਊ ਪੰਧੀਆਂ, ਨਾਨਕ ਲੱਦੜੀਆਂ ਤਿਨਾਹ ਜਿਨ੍ਹਾਂ ਭਾਗ ਮਥਾਹੜ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਉੱਚੇ ਨੇ ਚੰਗੇ ਹੈ, ਉਹਨਾਂ ਨੂੰ ਇਹ ਪਰਲੋਕ ਦਾ ਰਸਤਾ ਸੌਖਾ ਕਰਨ ਵਾਲੀ ਕਥਾ ਦੀ ਦਾਤ ਮਿਲਦੀ ਹੈ। ਉਹ 48 ਸਿੰਘਾਂ ਨੇ ਕਲੰਗੀਆਂ ਵਾਲੇ ਦੇ ਮੁਖੋਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਤੇ ਫਲ ਮਿਲਿਆ, ਬਦੇਹ ਮੁਕਤ ਹੋ ਗਏ। ਜਿਸ ਵੇਲੇ ਬਦੇਹ ਹੋ ਗਏ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਵੀ ਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਦੇਣੀ ਹੈ, ਤੁਸੀਂ ਅੱਗੇ ਵਿਦਿਆ ਪੜ੍ਹਾਉਣੀ ਆ। ਉਹਨਾਂ ਤੋਂ ਦਮਦਮੀ ਟਕਸਾਲ ਦੀ ਸਥਾਪਨਾ ਹੋਈ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਤੁਹਾਡੀ ਕਿਰਪਾ ਨਾਲ ਬਦੇਹ ਮੁਕਤੀ ਦੀ ਦਾਤ ਮਿਲੀ ਹੈ, ਕਿਤੇ ਅੱਗੇ ਵਿਦਿਆ ਪੜ੍ਹਾਉਂਦੇ ਆ, ਇੱਥੇ ਸੇਵਾ ਲਈ ਕਾਰਜ ਕਰਦੇ ਆ, ਇਹ ਆਨੰਦ 'ਚ ਫਰਕ ਨਾ ਪੈ ਜਾਵੇ। ਮਹਾਰਾਜ ਕਹਿੰਦੇ ਤੁਹਾਡਾ ਭਾਵੇਂ ਧੜ ਨਾਲੋਂ ਸੀਸ ਲੈ ਜਾਵੇ, ਤੁਹਾਡੇ ਆਨੰਦ 'ਚ ਫਰਕ ਨਹੀਂ ਪਵੇਗਾ। ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਜਾਓ ਅੰਮ੍ਰਿਤਸਰ ਦੀ ਧਰਤੀ 'ਤੇ ਜਾ ਕੇ ਟਕਸਾਲ ਚਲਾਓ, ਤੁਸੀਂ ਹਰਿਮੰਦਰ ਸਾਹਿਬ ਦੀ ਸੇਵਾ ਕਰੋ, ਬਾਣੀ ਦਾ ਸਿੱਖੀ ਦਾ ਪ੍ਰਚਾਰ ਕਰੋ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਵੀ ਇਹੋ ਬੇਨਤੀ ਕੀਤੀ, ਮਹਾਰਾਜ ਕਿਤੇ ਮੇਰੇ ਆਨੰਦ ਵਿੱਚ ਫਰਕ ਨਾ ਪੈ ਜਾਵੇ, ਬਦੇਹ ਮੁਕਤੀ ਆਪ ਜੀ ਦੀ ਕਿਰਪਾ ਨਾਲ ਮਿਲੀ ਹੈ। ਕਲੰਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, ਐ ਭਾਈ ਮਨੀ ਸਿੰਘ ਤੇਰਾ ਭਾਵੇਂ ਬੰਦ ਕੱਟਿਆ ਜਾਵੇ ਪਰ ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ, ਬਦੇਹ ਮੁਕਤੀ ਤੈਨੂੰ ਮਿਲੀ ਹੈ। ਨਿਤ ਮੁਕਤ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਨੂੰ ਨਿਤ ਮੁਕਤ ਕਿਹਾ। ਉਹ ਸੰਸਾਰ ਦੇ ਕਾਰਜ ਪਰਉਪਕਾਰ ਦੇ ਕਾਰਜ ਕਰਦਿਆਂ ਹੋਇਆਂ ਵੀ ਨਿਰਲੇਪ ਰਹਿੰਦੇ ਆ। ਸਤਿਗੁਰੂ ਮਹਾਰਾਜ ਅੱਜ ਫਰਮਾਉਂਦੇ ਆ ਭਗਤ ਜੀ ਰਸਨਾ ਦੁਆਰਾ, ਜੋ ਜਨ ਭਾਉ ਭਗਤ, ਭਾਉ ਦਾ ਅਰਥ ਪ੍ਰੇਮ, ਭਗਤ ਪ੍ਰੇਮਾ ਭਗਤੀ ਕਛ ਜਾਣੈ, ਥੋੜ੍ਹੀ ਜਿਹੀ ਵੀ ਜਾਣਦਾ ਹੈ। ਭਗਤੀ ਗੁਰਸੰਗਤ ਜੀ ਜਿੱਥੇ ਨੌਦਾ ਭਗਤੀ ਦਾ ਜ਼ਿਕਰ ਆਉਂਦਾ ਸ਼੍ਰੀ ਗੁਰਬਾਣੀ ਦੇ ਵਿੱਚ, ਭਗਤ ਨਵੈ ਪ੍ਰਕਾਰਾ ਗੁਰਬਾਣੀ ਦਾ ਵਚਨ ਹੈ। 9 ਪ੍ਰਕਾਰ ਦੀ ਭਗਤੀ ਵਿਦਵਾਨਾਂ ਨੇ ਕਹੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਰਚਾਨ, ਦਾਸਾ ਸੁਖਪਨ ਬੰਦਨਾ ਸਰਵ ਨਿਵੇਦਨ ਜਾਨ। ਇਹ ਸਰਵਣ ਪ੍ਰਭੂ ਦਾ ਸਿਮਰਨ ਸੁਣਦੇ ਰਹਿਣਾ, ਕੀਰਤਨ ਸੁਣਦੇ ਰਹਿਣਾ, ਕਥਾ ਸੁਣਦੇ ਰਹਿਣਾ, ਇਹ ਸੁਣਨਾ ਵੀ ਇੱਕ ਵੱਡੀ ਭਗਤੀ ਹੈ। ਸੁਣਨਾ ਬੜਾ ਕਠਿਨ ਹੈ, ਸੁਣਾਉਣਾ ਹਜੇ ਵਿਦਵਾਨ ਕਹਿੰਦੇ ਸੌਖਾ ਹੈ, ਪਰ ਸੁਣਨਾ ਬਹੁਤ ਔਖਾ ਹੈ। ਇਹਨੂੰ ਭਗਤੀ ਮੰਨਿਆ, ਪਹਿਲੀ ਭਗਤੀ ਹੈ ਇਹ। ਦੂਸਰੀ ਭਗਤੀ ਮੰਨੀ ਹੈ ਸਿਮਰਨ, ਆਪਣੇ ਇਸ਼ਟ ਦਾ ਦਿੱਤਾ ਹੋਇਆ ਗੁਰਮੰਤਰ, ਮੂਲ ਮੰਤਰ ਗੁਰਬਾਣੀ, ਇਹਦਾ ਸਿਮਰਨ ਕਰਨਾ, ਅਭਿਆਸ ਕਰਨਾ, ਚਿਰੰਕਾਲ ਅਭਿਆਸ ਕਰਨਾ, ਲੰਮੇ ਸਮੇਂ ਤੱਕ ਅਭਿਆਸ ਕਰਦੇ ਰਹਿਣਾ, ਇਹ ਦੂਸਰੀ ਭਗਤੀ ਹੈ। ਜਿੱਥੇ ਸਰਵਣ ਸਿਮਰਨ ਕੀਰਤਨ, ਉੱਥੇ ਤੀਸਰੀ ਕੀਰਤੀ ਦੀ ਭਗਤੀ ਹੈ। ਕਥਾ ਕਰਨੀ, ਕੀਰਤਨ ਕਰਨਾ, ਸਿਫਤਾਂ ਕਰਨੀਆਂ,
ਜਿੱਥੇ ਕੀਰਤਨ ਹੈ ਉਥੇ ਸਰਵਣ ਸਿਮਰਨ ਕੀਰਤਨ ਪਾਦ ਸੇਵ ਚਰਨਾਂ ਨੂੰ ਸੇਵਣਾ। ਉਥੇ ਪੰਜਵੀਂ ਹੈ ਅਰਚਾਨ, ਫੁੱਲ ਭੇਟਾ ਕਰਨੇ, ਮਾਇਆ ਅਰਪਣ ਕਰਨੀ, ਹੋਰ ਪਦਾਰਥ ਵਸਤੂਆਂ ਲਿਆ ਕੇ ਭੇਟਾ ਕਰਨੀਆਂ, ਭਾਵ ਆਪਣਾ ਅਰਪਣ ਕਰਨਾ। ਜਿੱਥੇ ਸੰਸਾਰੀ ਵਸਤੂਆਂ ਦੇ ਅਰਪਣ ਦੀ ਗੱਲ ਹੈ ਉੱਥੇ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਜਿਨ੍ਹਾਂ ਦਾ ਪ੍ਰਕਰਮਾਂ ਵਿੱਚ ਸਥਾਨ ਅਸੀਂ ਦਰਸ਼ਨ ਕਰਦੇ ਹਾਂ, ਉਹਨਾਂ ਨੇ ਸੀਸ ਹੀ ਆ ਕੇ ਆਪਣਾ ਭੇਟ ਕਰ ਦਿੱਤਾ। ਧੰਨ ਐਸੇ ਮਰਜੀਵੜੇ ਜਿਨ੍ਹਾਂ ਨੇ ਆਪਣੇ ਸੀਸ ਤਲੀ 'ਤੇ ਰੱਖ ਕੇ ਸਤਿਗੁਰੂ ਦੇ ਚਰਨਾਂ 'ਚ ਭੇਟ ਕੀਤੇ। ਧੰਨ ਐਸੇ ਮਰਜੀਵੜੇ ਜਿਨ੍ਹਾਂ ਨੇ ਬੰਦ ਕਟਾਲੇ, ਖੋਪਰੀਆਂ, ਲੋਹਾਰੀਆਂ, ਚਰਖੜੀਆਂ ਦੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਐਸੇ ਗੁਰਮੁਖ, ਇਹ ਵੀ ਇੱਕ ਵੱਡੀ ਭਗਤੀ ਹੈ। ਜਿੱਥੇ ਅਰਚਾਨ ਉੱਥੇ ਦਾਸਾ, ਛੇਵੀਂ ਭਗਤੀ ਹੈ ਦਾਸਾਪਣ ਧਾਰ ਕੇ ਰੱਖਣਾ, ਸੇਵਕ ਬਣ ਕੇ ਰਹਿਣਾ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੇਖੋ ਦਾਸਾਪਣ ਧਾਰ ਕੇ ਰੱਖਿਆ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਿਸ਼ਤੇ ਵਿੱਚ ਭਾਵੇਂ ਕੁੜਮ ਲੱਗਦੇ ਆ, ਪਰ ਜਿਸ ਵੇਲੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਆ, ਪੁੱਛਿਆ ਪੁਰਖਾ ਇੱਥੇ ਕਿਸ ਨਾਤੇ ਆਏ ਹੋ? ਕੀ ਤੁਸੀਂ ਰਿਸ਼ਤੇ ਵਿੱਚ ਕੁੜਮ ਲੱਗਦੇ ਹੋ, ਕੁੜਮ ਬਣ ਕੇ ਆਏ ਹੋ? ਮਹਾਰਾਜ ਨਹੀਂ, ਮੈਨੂੰ ਤਾਂ ਸਿੱਖੀ ਚਾਹੀਦੀ ਆ, ਮੈਂ ਤਾਂ ਤੁਹਾਡੇ ਚਰਨਾਂ ਦਾ ਦਾਸ ਹਾਂ। ਮਹਾਰਾਜ ਕਹਿੰਦੇ ਜੇ ਸਿੱਖੀ ਲੈਣੀ ਹੈ ਤਾਂ ਕੁਰਮਾਚਾਰੀ ਪਿੱਛੇ ਛੱਡਣੀ ਪਵੇਗੀ। 12 ਸਾਲ ਗਾਗਰ ਧੋ ਕੇ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ, ਸੇਵਾਵਾਂ ਕੀਤੀਆਂ। ਧੰਨ ਗੁਰੂ ਰਾਮਦਾਸ ਜਿਸ ਦੇ ਦਰ ਦੇ ਆਪਾਂ ਸਾਰੀ ਸੰਗਤ ਤੁਸੀਂ ਭੌਰੇ ਹੋ ਚਰਨਾਂ ਦੇ, ਗੁਰੂ ਅਮਰਦਾਸ ਜੀ ਦੇ ਘਰ ਦੇ ਸੰਸਾਰੀ ਨਾਤੇ ਵਿੱਚ ਜਵਾਈ ਨੇ। ਸਰੀਕੇ ਕਬੀਲੇ ਵਾਲਿਆਂ ਨੇ ਵੀ ਮਿਹਣੇ ਮਾਰੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ, ਧੰਨ ਦਾਸਾ ਭਾਵ ਸਤਿਗੁਰੂ ਦਾ, ਸਤਿਗੁਰੂ ਦੇ ਦਰ ਤੇ ਦਾਸ ਬਣ ਕੇ ਰਹੇ, ਜਮਾਈ ਬਣ ਕੇ ਨਹੀਂ ਰਹੇ। ਜੇ ਕਬੀਲੇ ਵਾਲਿਆਂ ਨੇ, ਸਰੀਕੇ ਵਾਲਿਆਂ ਨੇ ਕਿਹਾ ਵੀ ਤੂੰ ਕੁਲ ਨੂੰ ਲਾਜ ਰਾ ਰਿਹਾ ਹੈ, ਸਹੁਰੇ ਘਰ ਟੋਕਰੀ ਢੋਣਾ ਹੈ, ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਇਹਨੂੰ ਤਾਂ ਨਹੀਂ ਲਾਜ ਆਈ, ਤੁਸੀਂ ਲਾਜ ਰੱਖ ਲੈਂਦੇ। ਆਪਣੇ ਜਵਾਈ ਤੋਂ ਮਜ਼ਦੂਰੀ ਕਰਾ ਰਹੇ ਹੋ, ਟੋਕਰੀਆਂ ਢਵਾ ਰਹੇ ਹੋ। ਮਹਾਰਾਜ ਕਹਿਣ ਲੱਗੇ ਵੇ ਕਿੱਥੇ ਆ ਟੋਕਰੀ? ਕਹਿਣ ਲੱਗਿਆ ਉਹ ਦੇਖੋ ਸਿਰ ਤੇ ਚੁੱਕੀ ਆ ਰਿਹਾ ਗਾਰੇ ਦੀ ਟੋਕਰੀ। ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਬਾਰ ਦਿੰਦੇ ਆ ਬਚਨ ਕੀਤਾ। ਮਹਾਰਾਜ ਕਹਿੰਦੇ ਕਿੱਥੇ ਤੁਹਾਨੂੰ ਟੋਕਰੀ ਦਿਖਾਈ ਦਿੰਦੀ ਹੋਵੇਗੀ? ਇਹ ਟੋਕਰੀ ਨਹੀਂ ਹੈ, ਇਹ ਤਾਂ ਦੀਨ ਦੁਨੀ ਦਾ ਛਤਰ ਸਿਰ ਤੇ ਝੁੱਲ ਲਿਆ। ਇਹ ਦੀਨ ਦੁਨੀਆ ਦਾ ਛਤਰ ਇਹਨਾਂ ਦੇ ਸੀਸ ਤੇ ਝੁੱਲ ਰਿਹਾ। ਕਹਿੰਦੇ ਮਹਾਰਾਜ ਇਹਨਾਂ ਦੇ ਸਰੀਰ ਤੇ ਵੇਖੋ ਗਾਰਾ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਭਗਤੀ ਦੇ ਛਿੱਟੇ ਨੇ, ਇਹ ਤਾਂ ਇਤਰ ਹੈ, ਸੁਗੰਧੀ ਹੈ। ਸਤਿਗੁਰੂ ਜੀ ਨੇ ਦਾਸਾ ਭਾਵ ਧਾਰ ਕੇ ਰੱਖਿਆ। ਧੰਨ ਸਤਿਗੁਰੂ ਤੇ ਧੰਨ ਸਤਿਗੁਰੂ ਦੇ ਸਿੱਖ ਗੁਰੂ ਪਿਆਰੇ। ਧੰਨ ਗੁਰੂ ਪਿਆਰੇ। ਧੰਨ ਸਿੱਖ, ਸਿੱਖਾਂ ਨੇ ਵੀ ਹੱਦ ਕਰ ਦਿੱਤੀ ਸੇਵਕ ਬਣਨ ਦੀ। ਧੰਨ ਬਾਬਾ ਬੁੱਢਾ ਸਾਹਿਬ, ਕੈਸੀ ਸਿੱਖੀ ਦੀ ਹੱਦ। ਕਿਹਾ ਨਾ ਗੁਰੂ ਨਾਨਕ ਨੇ ਵੀ ਬਾਬਾ ਬੁੱਢਾ ਜੀ ਤੁਸੀਂ ਸਿੱਖੀ ਦੀ ਹੱਦ ਹੋ, ਤਾਥੋਂ ਕਦੇ ਨਾ ਓਲੇ ਹੋ ਸਾਂ। ਜੇ ਕਿਤੇ ਸਤਿਗੁਰੂ ਕਿਰਪਾ ਕਰਦੇ, ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਸਾਹਿਬਜ਼ਾਦੇ ਨੂੰ ਵਿਦਿਆ ਪੜ੍ਹਾਓ, ਤਾਂ ਉਸ ਵੇਲੇ ਹੱਥ ਜੋੜੇ ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਕਾਹੀ ਸਿੱਖ ਹਾਂ। ਮੁਸਕਰਾ ਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਇਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਦੁਨੀਆ ਦੀ ਕੋਈ ਐਸੀ ਵਿਦਿਆ ਨਹੀਂ ਹੈ ਤਿੰਨਾਂ ਲੋਕਾਂ ਦੀ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ। ਤੁਸੀਂ ਸਾਹਿਬਜ਼ਾਦੇ ਤੇ ਕਿਰਪਾ ਕਰੋ, ਤੁਸੀਂ ਸ਼ਸਤਰ ਵਿਦਿਆ ਵੀ ਦਿਓ ਤੇ ਗੁਰਮੁਖੀ ਅੱਖਰ ਵੀ ਪੜ੍ਹਾਓ। ਛੇਵੇਂ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਵੀ ਤੇ ਗੁਰਮੁਖ ਦੀ ਵਿਧੀ, ਗੁਰਮੁਖੀ ਦੀ ਵਿਦਿਆ ਵੀ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਦਿੱਤੀ।
ਪਰ ਜਦੋਂ ਸਤਿਗੁਰਾਂ ਨੇ ਸੇਵਾ ਲਾਈ, ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਘਾਹੀ ਸਿੱਖ ਹਾਂ, ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ। ਐਸਾ ਦਾਸਾ ਭਾਵ, ਇਹ ਵੀ ਇੱਕ ਭਗਤੀ ਆ। ਦਾਸਾ ਤੋਂ ਅੱਗੇ ਸਖਪਣ, ਸਖਪਣ ਸਖਾਪਣ ਜਾਣਨਾ, ਭਾਵ ਸਤਿਗੁਰੂ ਮੇਰਾ ਮਿੱਤਰ ਹੈ, ਉਹ ਮੇਰਾ ਅੰਗ ਸੰਗ ਆ, ਮੇਰਾ ਸਹਾਈ ਹੈ। ਜਿੱਥੇ ਸਖਪਣ ਉੱਥੇ ਸਰਬ ਨਿਵੇਦਨ, ਉਹਨੂੰ ਸਾਰੇ ਵਿਆਪਕ ਜਾਣਨਾ। ਫਿਰ ਉਹਦੀਆਂ ਬੰਦਨਾ ਕਰਨੀਆਂ, ਜੋਦੜੀਆਂ ਕਰਨੀਆਂ, ਮੱਥੇ ਟੇਕਣੇ, ਅਰਦਾਸਾਂ ਕਰਨਾ, ਨੌਦਾ ਭਗਤੀ ਮੰਨੀ ਆ। ਇਹਨਾਂ ਚੋਂ ਸਾਰਿਆਂ ਚੋਂ ਸ਼੍ਰੋਮਣੀ ਹੈ ਪ੍ਰੇਮਾ ਭਗਤੀ, ਜੀ ਦਾ ਜ਼ਿਕਰ ਭਗਤ ਜੀ ਕਰ ਰਹੇ ਆ। ਭਗਤ ਜੀ ਕਹਿੰਦੇ, ਭਾਈ ਜੋ ਜਨ ਭਾਓ ਭਗਤ ਕਛ ਜਾਣਨਾ ਹੈ। ਜਿਹੜਾ ਥੋੜੀ ਜਿਹੀ ਵੀ ਭਾਓ ਭਗਤ ਪ੍ਰੇਮਾ ਭਗਤੀ ਕਰਨੀ ਜਾਣਦਾ ਹੈ, ਕਿਉਂਕਿ ਪ੍ਰੇਮਾ ਭਗਤੀ ਥੋੜੀ ਬਹੁਤ ਵੱਡੀ ਹੈ। ਜਿਹੜੇ ਦੂਸਰੇ ਸੰਸਾਰੀ ਕਰਮ ਕਾਂਡ ਨੇ ਉਹ ਤਾਂ ਕੀਟੀ ਮਾਰਗ ਕੇ ਹੈ। ਵਿਦਵਾਨ ਲਿਖਦੇ, ਜਿਵੇਂ ਇੱਕ ਦਰਖਤ ਦੇ ਸਿਖਰ ਦੀ ਟੀਸੀ ਤੇ ਇੱਕ ਕੀੜੀ ਨੇ ਚੜ੍ਹਨਾ ਹੈ, ਉਹ ਪਹਿਲਾਂ ਦਰਖਤ ਤੇ ਚੜ੍ਹਦਿਆਂ ਚੜ੍ਹਦਿਆਂ ਟਾਹਣੇ ਤੇ ਜਾਵੇਗੀ ਹੌਲੀ ਹੌਲੀ, ਫਿਰ ਟਾਹਣੀਆਂ ਤੇ ਜਾਵੇਗੀ, ਫਿਰ ਪੱਤਿਆਂ ਤੇ ਜਾਵੇਗੀ, ਕਿਤੇ ਜਾ ਕੇ ਸਿਖਰ ਤੇ ਕਿੰਨੇ ਲੰਮੇ ਸਮੇਂ ਬਾਅਦ ਕਿੰਨਾ ਪੈਂਡਾ ਤੈਅ ਕਰੇਗੀ। ਪਰ ਜੇ ਉਸੇ ਸਿਖਰ ਦੀ ਚੋਟੀ ਤੇ ਟੀਸੀ ਤੇ ਇੱਕ ਪੰਛੀ ਨੇ ਚੜ੍ਹਨਾ ਹੈ, ਉਹ ਇੱਕ ਛਿਣ ਦੇ ਵਿੱਚ ਉਡਾਰੀ ਮਾਰ ਕੇ ਸਿਖਰ ਤੇ ਜਾ ਬੈਠਦਾ ਹੈ। ਇਵੇਂ ਜਿਹੜੀ ਪ੍ਰੇਮਾ ਭਗਤੀ ਹੈ, ਇਹਨੂੰ ਵਿਹੰਗਮ ਮਾਰਗ, ਪੰਛੀ ਵਾਲਾ ਮਾਰਗ, ਭਾਵ ਪ੍ਰੇਮਾ ਭਗਤੀ ਕਰਨ ਵਾਲਾ ਇੱਕ ਛਿਣ ਦੇ ਵਿੱਚ ਉਹ ਅਵਸਥਾ 'ਤੇ ਪਹੁੰਚ ਜਾਂਦਾ ਜਿੱਥੇ ਵੱਡੇ ਵੱਡੇ ਕਰਮ ਕਾਂਢੀ ਨਹੀਂ ਪੁੱਜ ਸਕਦੇ। ਭਗਤ ਜੀ ਕਹਿੰਦੇ, ਜਿਹਨੇ ਥੋੜੀ ਜਿਹੀ ਵੀ ਪ੍ਰੇਮਾ ਭਗਤੀ ਕੀਤੀ ਹੈ, ਪ੍ਰੇਮਾ ਭਗਤੀ ਜਾਣਦਾ ਹੈ, ਤਾਂ ਕੋ ਅਚਰਜ ਕਾਹੋ, ਉਹਦੇ ਲਈ ਕੋਈ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਮਗਹਰ ਦੀ ਧਰਤੀ ਤੇ ਮਰਨ ਕਰਕੇ ਮੁਕਤੀ ਮਿਲਦੀ ਹੈ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ। ਭਗਤ ਜੀ ਕਹਿੰਦੇ, ਜਿਵੇਂ ਜਲ ਦੇ ਵਿੱਚ ਜਲ ਮਿਲਾ ਦਈਏ ਤੇ ਫਿਰ ਉਹਨੂੰ ਵੱਖਰਾ ਕਰਨਾ ਚਾਹੀਏ, ਉਹ ਵੱਖਰਾ ਨਹੀਂ ਹੁੰਦਾ, ਉਹ ਤਾਂ ਇੱਕ ਮਿਕ ਹੋ ਜਾਂਦਾ ਹੈ। ਤਿਉ ਢੁਰ ਮਿਲਿਓ ਜੁਲਾਹੂ। ਇਵੇਂ ਭਗਤ ਜੀ ਕਹਿੰਦੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਅਸੀਂ ਹੁਣ ਪ੍ਰਭੂ ਦੇ ਵਿੱਚ ਇਉਂ ਮਿਲ ਗਏ ਹਾਂ ਜਿਵੇਂ ਜਲ ਜਲ ਦੇ ਵਿੱਚ ਮਿਲ ਜਾਂਦਾ ਹੈ, ਫਿਰ ਕੋਈ ਵੱਖਰਾ ਨਹੀਂ ਕਰ ਸਕਦਾ, ਭੇਦ ਹੋ ਜਾਂਦਾ ਹੈ। ਇਵੇਂ ਅਸੀਂ ਪ੍ਰਭੂ ਦੇ ਵਿੱਚ ਅਭੇਦ ਹੋ ਗਏ ਹਾਂ। ਹੁਣ ਸਾਨੂੰ ਕੋਈ ਵੱਖਰਾ ਨਹੀਂ ਕਹਿ ਸਕਦਾ ਵੀ ਆਹ ਕਬੀਰ ਹੈ, ਇਹਦੀ ਜਾਤ ਜੁਲਾ ਹੈ। ਅਸੀਂ ਪਰਮੇਸ਼ਰ ਵਿੱਚ ਹੀ ਲੀਨ ਹੋ ਚੁੱਕੇ ਹਾਂ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ। ਹੇ ਹਰੀ ਵਾਹਿਗੁਰੂ ਦੇ ਲੋਗੋ, ਹੇ ਸਤ ਸੰਗੀ ਜਨੋ, ਮੈਂ ਤਾਂ ਮਤ ਕਾ ਭੋਰਾ। ਭਾਵੇਂ ਤੁਸੀਂ ਮੈਨੂੰ ਮਤ ਦਾ ਭੋਲਾ ਕਹਿੰਦੇ ਹੋ ਵੀ ਕਾਂਸੀ ਛੱਡ ਕੇ ਇੱਥੇ ਆ ਗਿਆ। ਮਤ ਵਿਦਵਾਨਾਂ ਨੇ 4 ਤਰ੍ਹਾਂ ਦੀ ਕਹੀ ਆ, ਅਨਮਤ, ਮਨਮਤ, ਦੁਰਮਤ ਤੇ ਗੁਰਮਤ। ਅਨਮਤ, ਮਨਮਤ ਤੇ ਦੁਰਮਤ, ਇਹ ਤਿੰਨਾਂ ਤਰ੍ਹਾਂ ਦਾ ਤਿਆਗ ਕਰਕੇ ਗੁਰਸਿੱਖ ਨੇ ਗੁਰਮਤ ਤੇ ਗ੍ਰਹਿਣ ਕਰਨੀ ਹੈ, ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ। ਭਗਤ ਜੀ ਕਹਿੰਦੇ, ਭਾਈ ਮੈਂ ਤਾਂ ਮਤ ਕਾ ਭੋਰਾ, ਭਾਵੇਂ ਤੁਸੀਂ ਮੈਨੂੰ ਮਤ ਦਾ ਹੌਲਾ ਥੋੜੀ ਮਤ ਵਾਲਾ ਕਹਿੰਦੇ ਹੋ। ਜਾਓ ਤਨ ਕਾਸ਼ੀ ਤਜਹਿ ਕਬੀਰਾ। ਭਗਤ ਜੀ ਕਹਿੰਦੇ, ਜੇ ਮੈਂ ਕਾਂਸੀ ਵਿੱਚ ਸਰੀਰ ਛੱਡਦਾ, ਸਰੀਰ ਤਿਆਗ ਕੇ ਮਰਦਾ, ਰਮਈਐ ਕਹਾਂ ਨਿਹੋਰਾ। ਫਿਰ ਵਾਹਿਗੁਰੂ ਦਾ ਕੀ ਉਪਕਾਰ ਹੁੰਦਾ। ਅਸੀਂ ਕਾਂਸੀ ਦੇ ਬਾਰ ਕਰਕੇ ਥੋੜਾ ਉੱਥੇ ਰਹਿੰਦੇ ਸੀ, ਅਸੀਂ ਤਾਂ ਜਿਹੜੀ ਮੁਕਤੀ ਆ ਉਹ ਸਿਮਰਨ ਕਰਕੇ ਪਾਈ ਹੈ। ਅਸੀਂ ਮਰਨ ਤੋਂ ਬਾਅਦ ਨਹੀਂ, ਮਰਨ ਮੁਕਤ ਕਿਹਨੇ ਜਾਣੀ। ਭਗਤ ਜੀ ਦਾ ਬਚਨ ਹੈ ਬਾਣੀ 'ਚ, ਮਰਨ ਤੋਂ ਬਾਅਦ ਮੁਕਤੀ ਕਿਹਨੇ ਵੇਖਣੀ, ਅਸੀਂ ਤਾਂ ਜਿਉਂਦੇ ਹੀ ਮੁਕਤ ਹਾਂ। ਭਗਤ ਜੀ ਕਹਿੰਦੇ, ਭਾਈ ਨਿਹੋਰਾ ਦਾ ਅਰਥ ਉਪਕਾਰ। ਜੇ ਵਾਹਿਗੁਰੂ ਨੇ ਕਾਂਸੀ 'ਚ ਹੀ ਮੁਕਤੀ ਦਿੱਤੀ ਤਾਂ ਉਹਦਾ ਕੀ ਉਪਕਾਰ ਹੋਇਆ। ਜਿਹਨੂੰ ਲੋਕ ਕਹਿੰਦੇ ਆ ਵੀ ਮਗਹਰ ਦੇ ਵਿੱਚ ਮਰਨ ਦੇ ਨਾਲ ਗਧਾ ਬਣਦਾ ਮਨੁੱਖ, ਅਸੀਂ ਇੱਥੇ ਰਹਿ ਕੇ ਮੁਕਤ ਹੋਵਾਂਗੇ। ਭਗਤ ਜੀ ਕਹਿੰਦੇ, ਭਾਈ ਵਾਹਿਗੁਰੂ ਦਾ ਫਿਰ ਜੇ ਕਾਂਸੀ 'ਚ ਹੀ ਰਹਿ ਕੇ ਮੁਕਤ ਹੋਣਾ ਹੈ, ਫਿਰ ਕਾਹਦਾ ਉਪਕਾਰ। ਅਸੀਂ ਇਸੇ ਲਈ ਮਗਹਰ ਦੀ ਧਰਤੀ ਤੇ ਆਏ ਹਾਂ,
ਭਾਵੇਂ ਤੁਸੀਂ ਮੈਨੂੰ ਮੱਤ ਦਾ ਭੋਲਾ ਕਹਿੰਦੇ ਹੋ। ਰਹਾਉ ਵਿਸਰਾਮ ਦੇ ਕਰਕੇ ਭਗਤ ਜੀ ਫਰਮਾਉਂਦੇ ਹਨ, ਕਹਿਤ ਕਬੀਰ ਸੁਨਹੁ ਰੇ ਲੋਈ। ਭਗਤ ਜੀ ਕਹਿੰਦੇ ਹੇ ਰੇ ਦਾ ਅਰਥ ਹੇ ਲੋਈ, ਹੇ ਲੋਕਾਈ, ਹੇ ਸੰਸਾਰ ਦੇ ਲੋਕੋ ਸੁਣਨਾ ਕਰੋ। ਜਿੱਥੇ ਮਾਤਾ ਭਗਤ ਜੀ ਦੇ ਮਹਿਲ, ਉਹਨਾਂ ਦਾ ਨਾਮ ਵੀ ਲੋਈ ਹੈ। ਹੇ ਲੋਈ ਤੂੰ ਵੀ ਸੁਣ, ਹੇ ਸੰਸਾਰ ਦੇ ਲੋਕੋ ਤੁਸੀਂ ਵੀ ਸੁਣੋ। ਭਰਮ ਨ ਭੂਲੋ ਕੋਈ। ਹੇ ਭਾਈ ਸਤਸੰਗੀ ਜਣੋ, ਮਤਾਂ ਕੋਈ ਭਰਮ ਚ ਪਾਓ। ਇਹ ਵਹਿਮ ਹੈ, ਇਹ ਭਰਮ ਹੈ ਵੀ ਮਗਹਰ ਦੀ ਧਰਤੀ ਨੂੰ ਸਰਾਪ ਮਿਲਿਆ, ਇੱਥੇ ਮਰ ਕੇ ਗਲਾ ਬਣਦਾ। ਭਗਤ ਜੀ ਕਹਿੰਦੇ ਭਰਮਾਂ ਚ ਨਾ ਪਾਓ। ਕਿਤੇ ਕਿਸੇ ਥਾਂ ਨਾਲ ਨਾ ਕਿਸੇ ਨੂੰ ਮੁਕਤੀ ਮਿਲਦੀ ਹੈ, ਨਾ ਕੋਈ ਜੂਨਾਂ ਚ ਜਾਂਦਾ ਹੈ। ਜੇ ਮੁਕਤੀ ਮਿਲਦੀ ਆ ਭਗਤ ਜੀ ਦਾ ਭਾਵ ਉਹ ਸਿਮਰਨ ਨਾਲ ਮਿਲਣੀ ਆ। ਸਿਮਰਨ ਤੋਂ ਬਿਨਾ ਕਿਤੇ ਚਲੇ ਜਾਓ, ਕਿਤੇ ਵੀ ਮੁਕਤੀ ਨਹੀਂ ਹੈ। ਇਹ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਜਿੱਥੇ ਮਰਜੀ ਚਲੇ ਜਾਓ, ਜੇ ਮੁਕਤ ਹੋਣਾ ਤਾਂ ਸਿਮਰਨ ਦੁਆਰਾ ਹੀ ਹੋਣਾ ਹੈ। ਸਿਮਰਨ ਦੁਆਰਾ ਹੀ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਹੋਣਾ ਹੈ। ਕਿਆ ਕਾਸ਼ੀ ਕਿਆ ਊਖਰ ਮਗਹਰ। ਭਾਵੇਂ ਕਾਂਸੀ ਦੀ ਧਰਤੀ ਹੈ, ਭਗਤ ਜੀ ਕਹਿੰਦੇ ਭਾਵੇਂ ਊਖਰ ਦਾ ਅਰਥ ਕੱਲਰ, ਮਗਹਰ ਦੀ ਧਰਤੀ। ਭਾਵੇਂ ਕਾਂਸੀ ਦੀ ਧਰਤੀ ਹੈ ਸਾਡੇ ਲਈ, ਭਾਵੇਂ ਊਖਰ ਕੱਲਰੀ ਮਗਹਰ ਦੀ ਧਰਤੀ, ਦੋਵੇਂ ਹੀ ਬਰਾਬਰ ਨੇ। ਰਾਮ ਹਿਰਦੈ ਜੋ ਹੋਈ। ਜਿਹਦੇ ਹਿਰਦੇ 'ਚ ਭਗਤ ਜੀ ਕਹਿੰਦੇ ਪ੍ਰਭੂ ਦਾ ਨਾਮ ਵਸਿਆ ਹੋਇਆ, ਹਿਰਦੇ 'ਚ ਵਾਹਿਗੁਰੂ ਪ੍ਰਗਟ ਹੈ, ਉਹਦੇ ਲਈ ਮਗਹਰ ਦੀ ਧਰਤੀ ਤੇ ਕਾਂਸੀ ਦੀ ਧਰਤੀ ਬਰਾਬਰ ਹੈ। ਸਿਧਾਂਤ ਭਗਤ ਜੀ ਨੇ ਸ਼ਬਦ ਵਿੱਚ ਦੱਸਿਆ ਵੀ ਭਾਈ ਇਹ ਵਹਿਮ ਆ ਵੀ ਫਲਾਣੇ ਥਾਂ ਜਾ ਕੇ ਬੰਦਾ ਮੁਕਤ ਹੋ ਜੂ, ਇੱਥੇ ਮੁਕਤ ਨਹੀਂ ਹੋਣਾ। ਇਹ ਤਾਂ ਨਾਮ ਦੁਆਰਾ ਮੁਕਤੀ ਹੈ, ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ। ਨਾਮ ਤੋਂ ਬਿਨਾ ਤਾਂ ਸਤਿਗੁਰੂ ਜੀ ਨੇ ਕਿਹਾ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਣ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿੰਘਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਾਵਨ ਸ਼ਬਦ ਦੀ ਵਿਚਾਰ ਹੋਈ। ਸਤਿਗੁਰੂ ਅੱਗੇ ਅਰਦਾਸ ਕਰੀਏ, ਸਾਹ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾ। ਸਤਿਗੁਰੂ ਕਿਰਪਾ ਕਰਨ ਜੋ ਵਿਚਾਰ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਿੰਦਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨ ਭੂਲੋ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।